ਦੂਜੀ ਛੋੜ ਕੁਆਟੜੀ ਇੱਕ ਸੌ ਚਿਤ ਲਾਏ। ਦੂਜੈ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਦੂਜੀ ਛੋੜ ਕੁਆਟੜੀ ਇੱਕ ਸੌ ਚਿਤ ਲਾਏ। ਦੂਜੈ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਇਸ ਲੜੀ ਦੇ ਤਹਿਤ ਸ਼ਹੀਦਾਂ ਦੇ ਸਿਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 16 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਇਸ ਪਾਵਨ ਸ਼ਲੋਕ ਵਿੱਚ ਹਜ਼ੂਰ ਫਰਮਾਉਂਦੇ ਹਨ, ਹੇ ਭਾਈ, ਇੱਕ ਪਰਮਾਤਮਾ ਤੋਂ ਬਿਨਾਂ, ਇੱਕ ਅਕਾਲ ਪੁਰਖ ਦੀ ਪਿਆਰੀ ਸਿੱਖਿਆ ਤੋਂ ਬਿਨਾਂ, ਉਹਦੇ ਉਪਦੇਸ਼ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਦੂਜੇ ਜਿੰਨੇ ਵੀ ਰਸਤੇ ਹਨ ਉਹ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਦੇ, ਜੇ ਤੂੰ ਜ਼ਿੰਦਗੀ ਵਿੱਚ ਸੁਖੀ ਹੋਣਾ ਚਾਹੁੰਦਾ ਹੈ ਤਾਂ। ਦੂਜੀ ਛੋੜ ਕੁਆਟੜੀ। ਹੁਣ ਵਾਟ ਦਾ ਅਰਥ ਹੁੰਦਾ ਰਸਤਾ, ਕੁਆਟੜੀ ਦਾ ਅਰਥ ਹੈ ਕੋਝਾ ਰਸਤਾ, ਗਲਤ ਰਸਤਾ, ਜਿਸ ਰਸਤੇ 'ਤੇ ਤੁਰਿਆ ਇਨਸਾਨ ਵਾਸਤੇ ਸਿਵਾਏ ਦੁੱਖ ਤੋਂ, ਤਕਲੀਫਾਂ ਤੋਂ, ਪਰੇਸ਼ਾਨੀਆਂ ਤੋਂ ਹੋਰ ਕੁਝ ਵੀ ਨਹੀਂ ਹੈ। ਦੂਜੀ ਛੋੜ ਕੁਆਟੜੀ ਕੀ ਕਰ, ਫਿਰ ਇੱਕ ਸਹੁੰ ਚਿਤ ਲਾਏ। ਇੱਕ ਸਹੁੰ ਚਿਤ ਲਾਏ ਦਾ ਅਰਥ ਹੈ ਇੱਕ ਦੇ ਹੁਕਮ ਦੀ ਪਾਲਣਾ ਕਰਨੀ ਆਪਣੇ ਜੀਵਨ ਦੇ ਵਿੱਚ ਸ਼ੁਰੂ ਕਰ ਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਜਿਹੜੇ ਸਰੋਤੇ ਧਿਆਨ ਨਾਲ ਪੜ੍ਹਦੇ ਨੇ, ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ, ਜਦੋਂ ਵੀ ਗੁਰੂ ਸਾਹਿਬ ਕਿਸੇ ਰਾਗ ਦੀ ਆਰੰਭਤਾ ਕਰਦੇ ਨੇ ਤੇ ਰਾਗ ਦੀ ਆਰੰਭਤਾ ਕਰਨ ਵੇਲੇ ਜੇ ਉਸ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੇ, ਸਭ ਤੋਂ ਪਹਿਲਾਂ ਮੰਗਲਾਚਰਨ, ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ, ਉਹ ਆਉਂਦਾ ਹੈ। ਇੱਕ ਓਅੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਵੀ ਗੁਰੂ ਪਾਤਸ਼ਾਹ ਦੀ ਬਾਣੀ ਉਸ ਰਾਗ ਵਿੱਚ ਹੋਏਗੀ, ਜਦੋਂ ਉਹਨਾਂ ਦੀ ਬਾਣੀ ਆਰੰਭ ਹੋਏਗੀ, ਫਿਰ ਮੰਗਲਾਚਰਨ ਤੋਂ ਗੱਲ ਆਰੰਭ ਹੋਏਗੀ, ਜਿੰਨਿਆਂ ਵੀ ਗੁਰੂ ਵਿਅਕਤੀਆਂ ਦੀ ਉਸ ਰਾਗ ਵਿੱਚ ਬਾਣੀ ਹੈ। ਉਸ ਤੋਂ ਬਾਅਦ ਉਸ ਰਾਗ ਵਿੱਚ ਜਿਹੜੇ ਜਿਹੜੇ ਭਗਤ ਸਾਹਿਬਾਨਾਂ ਦੀ ਬਾਣੀ ਹੈ, ਜਦੋਂ ਭਗਤ ਕਬੀਰ ਜੀ ਦੀ ਬਾਣੀ ਆਰੰਭ ਹੋਏਗੀ ਤਾਂ ਉਦੋਂ ਵੀ ਸਿਰਲੇਖ ਜਿਹੜਾ ਵਾ ਉਹ ਮੰਗਲਾਚਰਨ ਤੋਂ ਹੀ ਗੱਲ, ਮੂਲ ਮੰਤਰ ਤੋਂ ਹੀ ਗੱਲ ਆਰੰਭ ਹੋਏਗੀ। ਵਾਰਾਂ ਜਦੋਂ ਲਿਖੀਆਂ ਜਾਂਦੀਆਂ ਨੇ, ਆਰੰਭ ਹੁੰਦੀਆਂ ਨੇ, ਆਪਾਂ ਪੜ੍ਹਦੇ ਹਾਂ, ਉਹ ਵੀ ਮੰਗਲਾਚਰਨ ਤੋਂ ਗੱਲ ਸ਼ੁਰੂ ਹੁੰਦੀ ਹੈ। ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਆਰੰਭ ਇੱਕ ਓਅੰਕਾਰ ਤੋਂ ਕਰ ਰਹੇ। ਭਾਈ, ਇਸ ਪੌੜੀ ਵਿੱਚ, ਇਸ ਵਾਰ ਵਿੱਚ, ਇਸ ਸ਼ਬਦ ਵਿੱਚ, ਇਸ ਸ਼ਲੋਕ ਵਿੱਚ ਇੱਕ ਦੀ ਗੱਲ ਹੋ ਰਹੀ ਹੈ। ਅਤੇ ਇੱਕ ਹੋਣ ਦਾ ਮਤਲਬ ਹੈ ਮਨੁੱਖ ਆਪਣੀ ਜ਼ਿੰਦਗੀ ਵਿੱਚ ਅੰਦਰੋਂ ਬਾਹਰੋਂ ਇੱਕ ਹੋ ਸਕੇ, ਜਿਹੜਾ ਅੱਜ ਮਨੁੱਖ ਨਹੀਂ ਹੈ। ਜਿਵੇਂ ਆਪਾਂ ਬਾਣੀ 'ਚ ਪ੍ਰਭ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ ਇਕਾਗਰ ਚੀਤ। ਵੈਸੇ ਜੇ ਆਪਾਂ ਇੱਕ ਦੀ ਗੱਲ ਨੂੰ ਧਿਆਨ ਨਾਲ ਸਮਝੀਏ ਨਾ, ਤਾਂ ਦੁਨੀਆ ਦੇ ਹਰ ਬਿਜ਼ਨਸ ਵਿੱਚ ਜਦੋਂ ਤੱਕ ਤੁਸੀਂ ਇਕਾਗਰ ਨਹੀਂ ਹੁੰਦੇ, ਤੁਸੀਂ ਜ਼ਿੰਦਗੀ 'ਚ ਕਦੀ ਸਫਲ ਨਹੀਂ ਹੋ ਸਕਦੇ। ਕਲਾਸ ਵਿੱਚ ਜਿਹੜੇ ਟੀਚਰ ਤੁਹਾਡੇ 'ਚੋਂ ਘਰ ਬੈਠ ਕੇ ਸੁਣ ਰਹੇ ਜੇ, ਤੁਸੀਂ ਜਿਹੜੇ ਵੀ ਟੀਚਰ ਵੀਰ ਨੇ ਜਾਂ ਜਿਹੜੇ ਸਟੂਡੈਂਟ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਤੁਸੀਂ ਜਦੋਂ ਤੱਕ ਕਿਸੇ ਸਬਜੈਕਟ 'ਤੇ ਫੋਕਸ ਨਹੀਂ ਹੁੰਦੇ, ਤੁਹਾਡਾ ਮਨ ਇਕਾਗਰ ਨਹੀਂ ਹੁੰਦਾ, ਤੁਹਾਨੂੰ ਉਹ ਗੱਲ ਸਮਝ ਨਹੀਂ ਪੈ ਸਕਦੀ। ਆਸੇ ਪਾਸੇ ਧਿਆਨ ਜਾਇਆ ਜਿਹੜਾ ਹੈ ਉਹ ਸਬਜੈਕਟ ਜਿਹੜਾ ਤੁਹਾਡੀ ਸੁਰਤ ਵਿੱਚ, ਤੁਹਾਡੀ ਯਾਦ ਦਾ ਹਿੱਸਾ ਕਦੀ ਨਹੀਂ ਬਣ ਸਕਦਾ। ਤੁਸੀਂ ਕਿਸੇ ਕਾਰੋਬਾਰ ਨੂੰ ਆਰੰਭ ਕਰਨਾ ਹੈ, ਬਿਜ਼ਨਸ ਨੂੰ ਆਰੰਭ ਕਰਨਾ ਹੈ, ਉਹਦੇ ਵਿੱਚ ਵੀ ਮਨ ਇੱਕ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਆਸਾ ਕੀ ਵਾਰ 'ਚ ਨਹੀਂ ਪੜ੍ਹਦੇ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਬੀਜ ਸਾਬਤ ਹੋਏਗਾ ਤੇ ਉੱਗੇਗਾ। ਹੁਣ ਕਣਕ ਦੇ ਬੀਜ ਦੇ ਤੁਸੀਂ 2 ਟੋਟੇ ਕਰ ਦਿਓ, ਦਲੀਆ ਤੇ ਬਣ ਜਾਏਗਾ, ਹੋਰ ਜ਼ਿਆਦਾ ਪੀਸੋਗੇ ਤੇ ਆਟਾ ਬਣ ਜਾਏਗਾ, ਪਰ ਉੱਗ ਨਹੀਂ ਸਕਦਾ। ਚਣਾ ਸਾਬਤ ਹੈ, ਉੱਗੇਗਾ। ਚਣੇ ਦੇ 2 ਟੋਟੇ ਕਰਤੇ, 3 ਟੋਟੇ ਕਰਤੇ, ਦਾਲ ਤੇ ਬਣ ਜਾਏਗੀ, ਪਰ ਉੱਗ ਨਹੀਂ ਸਕਦਾ। ਹੁਣ ਗੁਰੂ ਸਾਹਿਬ ਜੀ ਨੇ ਉਹ ਐਗਜ਼ੈਂਪਲਾਂ ਦਿੱਤੀਆਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ, ਜਿਨ੍ਹਾਂ ਨਾਲ ਸਾਡਾ ਵਾਹ ਪੈਂਦਾ ਹੈ। ਹੁਣ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੀ ਰੁੱਤ ਹੋਏ। ਇੱਥੇ ਸ਼ਬਦ ਵਰਤਿਆ ਇੱਕ ਸਹੁੰ ਚਿਤ ਲਾਏ।
ਦੂਜੀ ਛੋੜ ਕੁਆਟਲੀ ਦਾ ਅਰਥ ਹੈ ਉਹ ਰਸਤਾ ਛੱਡ ਦੇ ਜਿਹੜਾ ਰਸਤਾ ਮਾਲਕ ਵਾਹਿਗੁਰੂ ਪ੍ਰਮਾਤਮਾ ਦੇ ਰਾਹ ਤੋਂ ਤੈਨੂੰ ਭਟਕਾਉਂਦਾ ਹੈ। ਉਹ ਰਸਤਾ ਕਿਹੜਾ ਹੈ? ਉਹ ਰਸਤਾ ਹੈ ਵਿਕਾਰਾਂ ਵਾਲਾ, ਬੁਰੀਆਂ ਕੰਮਾਂ ਵਾਲਾ। ਹੁਣ ਆਪਾਂ ਬਾਣੀ 'ਚੋਂ ਕਿੰਨੇ ਪ੍ਰਮਾਣ ਪੜ੍ਹਦੇ ਹਾਂ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਜਾਂ ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ। ਹੁਣ ਉੱਥੇ ਧੰਦ ਸ਼ਬਦ ਵਰਤਿਆ, ਸਭ ਮਿਥਿਆ ਮੋਹ ਮਾਏ। ਜਦੋਂ ਅਸੀਂ ਭੱਟ ਸਾਹਿਬਾਨਾਂ ਦੀ ਉਹਨਾਂ ਦੇ ਉਚਾਰਨ ਕੀਤੇ ਹੋਏ ਸੋਈਆਂ ਦਾ ਪਾਠ ਕਰਦੇ ਹਾਂ ਤੇ ਭੱਟ ਸਾਹਿਬਾਨਾਂ ਨੇ ਬਹੁਤ ਪਿਆਰੇ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਥਾਏ ਉਚਾਰਨ ਕੀਤੇ ਨੇ। ਹੁਣ ਉਹ ਕਹਿੰਦੇ ਨੇ ਐਵੇਂ ਨਹੀਂ ਭੱਟ ਸਾਹਿਬਾਨ, ਹੁਣ ਜਦੋਂ ਆਪਾਂ ਭੱਟਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਜਾਂ ਜਿਨ੍ਹਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀਆਂ ਲਿਖਤਾਂ ਪੜ੍ਹੀਆਂ ਨੇ, ਸਵਈਏ ਭਾਵੇਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਕਤ ਉਚਾਰਨ ਕੀਤੇ, ਪਰ ਉਹਨਾਂ ਦਾ ਆਉਣਾ ਜਾਣਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਹੀ ਇਹ ਗੁਰੂ ਕੋਲ ਸ਼ੁਰੂ ਹੋ ਗਿਆ ਸੀ। ਉਹ ਆਉਣਾ ਸ਼ੁਰੂ ਹੋ ਗਿਆ ਸੀ। ਫਿਰ ਉਹਨਾਂ ਨੇ ਜੋ ਉੱਥੇ ਅੱਖੀਂ ਵੇਖਿਆ, ਜੋ ਉਹਨਾਂ ਮਹਿਸੂਸ ਕੀਤਾ, ਫਿਰ ਉਹਨਾਂ ਨੇ ਆਪਣੇ ਸਵਈਆਂ ਦੇ ਵਿੱਚ ਉਹ ਸਾਰੀ ਚੀਜ਼ ਨੂੰ ਲਿਖਿਆ ਹੈ। ਭੱਟ ਸਾਹਿਬਾਨਾਂ ਦੇ ਸਵਈਏ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਸਵਈਆਂ ਵਿੱਚ ਇੱਕ ਸਵਈਆ ਹੈ, ਕਹਿੰਦੇ ਤੈਂ ਪੜ੍ਹੇ ਹੋਏ ਇੱਕ, ਤੈਂ ਪੜ੍ਹੇ ਹੋਏ ਇੱਕ, ਗੁਰੂ ਅਮਰਦਾਸ ਮਹਾਰਾਜ ਤੁਸੀਂ ਪੜ੍ਹਿਆ ਵੀ ਇੱਕ ਨੂੰ ਹੈ। ਤੈਂ ਪੜ੍ਹੇ ਹੋਏ ਇੱਕ, ਮਨ ਧਰਿਓ ਇੱਕ। ਤੁਸੀਂ ਇਕੱਲਾ ਪੜ੍ਹਿਆ ਹੀ ਇੱਕ ਨੂੰ ਨਹੀਂ, ਮਨ ਵਿੱਚ ਧਰਿਆ ਵੀ ਇੱਕ ਨੂੰ ਹੀ ਹੈ। ਤੈਂ ਪੜ੍ਹੇ ਹੋਏ ਇੱਕ, ਮਨ ਧਰਿਓ ਇੱਕ, ਇੱਕ ਇੱਕ ਕਰ ਪਛਾਣਿਓ। ਤੁਸੀਂ ਇੱਕ ਨੂੰ ਹੀ ਪਛਾਣਿਆ, ਯਾਨੀ ਕਿ ਤੁਸੀਂ ਜਿੱਥੇ ਵੀ ਮਹਿਸੂਸ ਕੀਤਾ ਇੱਕ ਨੂੰ ਪਛਾਣਿਆ। ਫਿਰ ਕਿੱਡੀ ਕਮਾਲ ਦੀ ਗੱਲ ਹੈ, ਕਹਿੰਦੇ ਨਾਇਣ ਬੈਣ, ਨਾਇਣ ਅੱਖਾਂ ਨਾਲ, ਬਾਇਣ ਜ਼ੁਬਾਨ ਨਾਲ, ਮੂੰਹ ਇੱਕ ਇੱਕ, ਮੂੰਹ ਤੋਂ ਵੀ ਇੱਕ ਦੀ ਗੱਲ ਕੀਤੀ ਹੈ। ਦੋਵੇਂ ਠਾਏ ਨਾ ਜਾਣਿਓ, ਤੁਸੀਂ ਦੂਜੀ ਜਗ੍ਹਾ ਨੂੰ ਆਪਣੀ ਜ਼ਿੰਦਗੀ ਥਾਂ ਹੀ ਕੋਈ ਨਹੀਂ ਦਿੱਤੀ। ਸੁਪਨ ਇੱਕ, ਕਮਾਲ ਦੀ ਗੱਲ ਹੈ, ਤੁਹਾਡੇ ਸੁਪਨੇ 'ਚ ਵੀ ਇੱਕ ਆਇਆ ਹੈ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਨੇ, ਬੰਦੇ ਨੂੰ ਸੁਪਨਾ ਵੀ ਉਹੀ ਹੁੰਦਾ ਜਿਹੜਾ ਦਿਨ ਵੇਲੇ ਗੱਲਾਂ ਕਰਦਾ ਹੈ। ਹੁਣ ਬੰਦਾ ਬੇਈਮਾਨੀ ਕਰਦਾ ਹੋਵੇ, ਠੱਗੀਆਂ ਮਾਰਦਾ ਹੋਵੇ, ਲੁੱਟ ਖਸੁੱਟ ਕਰਦਾ ਹੋਵੇ, ਧੋਖਾਧੜੀ ਕਰਦਾ ਹੋਵੇ, ਸਾਰੀ ਦਿਹਾੜੀ ਸ਼ਿਕਾਰੀ ਬਿਰਤੀ ਹੋਵੇ, ਸੁਪਨਾ ਕਦੀ ਪਰਉਪਕਾਰ ਦਾ ਆ ਸਕਦਾ? ਸੁਪਨਾ ਕਦੀ ਇਹ ਆਏਗਾ ਵੀ ਮੈਂ ਰਾਤ ਸੁਪਨੇ 'ਚ ਕਿਸੇ ਲੋੜਵੰਦ ਦੀ ਹੈਲਪ ਕਰ ਰਿਹਾ? ਇਹ ਸਵਾਲ ਹੀ ਨਹੀਂ, ਕਿਉਂਕਿ ਤੁਸੀਂ ਦਿਨ ਵੇਲੇ ਜਿਹੜੇ ਵਿਚਾਰਾਂ ਵਿੱਚ ਜ਼ਿੰਦਗੀ ਜੂ ਰਹੇ ਹੋ, ਰਾਤ ਤੁਹਾਨੂੰ ਉਹ ਵਿਚਾਰ ਹੀ ਲੈ ਕੇ ਤੁਰੇ ਫਿਰਦੇ ਨੇ। ਇਸੇ ਨੂੰ ਸੰਕਲਪ ਅਤੇ ਵਿਕਲਪ ਕਹਿੰਦੇ ਨੇ। ਇਹੋ ਤੁਹਾਨੂੰ ਭਜਾਈ ਫਿਰਦੇ ਨੇ। ਬਣ ਜਾਂਦੇ ਵਿਚਾਰ ਟੁੱਟ ਜਾਂਦੇ, ਟੁੱਟ ਜਾਂਦੇ ਵਿਚਾਰ ਫੇਰ ਬਣ ਜਾਂਦੇ ਨੇ। ਹੁਣ ਸੁਪਨਾ ਵੀ ਤਾਂ ਹੀ ਤੇ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਰਤਿਆ ਸੀ ਨਾ, ਕਿ ਹਰ ਹਰ ਕਰੇ ਨਿਤ ਕਪਟ ਕਮਾਵੇਂ, ਹਿਰਦਾ ਸ਼ੁੱਧ ਨ ਹੋਈ, ਅਨ ਦਿਨ ਕਰਮ ਕਰੇ ਬੋ ਤੇਰੇ ਸੁਪਨੇ ਸੁਖ ਨ ਹੋਈ। ਜਿਹੜੇ ਜ਼ੁਬਾਨੀ ਕਲਾਮੀ ਰੱਬ ਦਾ ਨਾਮ ਜਪਣ ਦਾ ਦਾਅਵਾ ਕਰਦੇ ਨੇ, ਉਹਨਾਂ ਨੂੰ ਤਾਂ ਸੁਪਨਾ ਵੀ ਕਦੀ ਸੁੱਖ ਦਾ ਨਹੀਂ ਆਉਂਦਾ। ਹਕੀਕਤ ਵਿੱਚ ਦਿਨ ਵੇਲੇ ਸੁਪਨਾ ਉਹਨਾਂ ਨੇ ਸੁੱਖ ਤਾਂ ਕੀ ਵੇਖਣਾ, ਯਾਨੀ ਕਿ ਖਿਆਲ ਹੀ ਕਦੀ, ਮਤਲਬ ਰਾਤ ਬੰਦਾ ਸੁੱਤਾ ਹੈ, ਚਲੋ ਕਿਤੇ ਸੁਪਨਾ ਹੀ ਸੁੱਖ ਦਾ ਆ ਜਾਏ, ਚੰਗਾ ਆ ਜਾਏ, ਵੀ ਬੰਦੇ ਨੇ ਸੁਪਨੇ 'ਚ ਕੋਈ ਸੁੱਖ ਵੇਖ ਲਿਆ, ਚੰਗੀ ਚੀਜ਼ ਵੇਖ ਲਈ। ਹੁਣ ਇੱਥੇ ਸ਼ਬਦ ਵਰਤਿਆ, ਕਹਿੰਦੇ ਨੇ ਸੁਪਨ ਇੱਕ, ਤੁਹਾਡੇ ਸੁਪਨੇ 'ਚ ਵੇਖੀ ਹੈ। ਪ੍ਰਤੱਖ ਇੱਕ, ਕਿਉਂਕਿ ਤੁਸੀਂ ਪ੍ਰਤੱਖ ਇੱਕ ਨੂੰ ਵੇਖਿਆ ਸੀ। ਜਿਹੜੀ ਤੁਸੀਂ ਦਿਨ ਵੇਲੇ ਪ੍ਰਤੱਖ ਚੀਜ਼ ਇੱਕ ਵੇਖਦੇ ਹੋ, ਸੁਪਨੇ 'ਚ ਵੀ ਉਹੀ ਆਏਗੀ ਨਾ। ਇੱਕ ਸਮੇਂ ਲੀਨੋ, ਤੁਸੀਂ ਇੱਕ ਵਿੱਚ ਹੀ ਲੀਨ ਹੋ ਗਏ, ਇੱਕ ਵਿੱਚ ਹੀ ਤੁਸੀਂ ਅਭੇਦ ਹੋ ਗਏ। 30 ਇੱਕ ਅਰ ਪੰਚ ਸਿੱਧ 35 ਨਾ ਖੀਣੋ। ਕਿੰਨੇ ਪਿਆਰੇ ਬਚਨ ਇੱਥੇ ਕਹੇ ਨੇ। ਕਹਿੰਦੇ ਹੇ ਅਕਾਲ ਪੁਰਖ ਜੀ, ਭਾਵੇਂ ਉਹ 30 ਦਿਨ ਆ, 35 ਅੱਖਰਾਂ ਦੀ ਗੱਲ ਹੈ, ਸਾਰਿਆਂ ਵਿੱਚ ਤੁਸੀਂ ਇੱਕ ਨੂੰ ਹੀ ਮਹਿਸੂਸ ਕੀਤਾ। ਹਰ ਵਕਤ ਤੁਸੀਂ ਇੱਕ ਨਾਲ ਹੀ ਸਾਂਝ ਪਾਈ ਹੈ। ਹੁਣ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਰਥਾਏ ਏਡੀ ਵੱਡੀ ਗੱਲ ਕਹਿਣੀ ਭੱਟ ਸਾਹਿਬਾਨਾਂ ਦੀ, ਇਹਦਾ ਅਰਥ ਹੋਣਾ ਕਿੰਨਾ ਨੇੜਿਓਂ ਹੋ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ, ਕਿੰਨਾ ਨੇੜੇ ਹੋ ਕੇ ਮਹਿਸੂਸ ਕੀਤਾ। ਇਹ ਤੋਂ ਪਤਾ ਲੱਗਦਾ ਹੈ ਕਿ ਗੱਲ ਸਾਰੀ ਖੇਡ ਇੱਕ ਦੀ ਹੈ। ਉਹ ਅੰਦਰੋਂ ਬਾਹਰੋਂ ਇੱਕ ਸਾਨੂੰ, ਜਿਹੜਾ ਸਾਨੂੰ ਬਾਣੀ ਵਿੱਚ ਬਾਰ-ਬਾਰ ਮਹਿਸੂਸ ਕਰਾਇਆ ਵੀ ਏਕ ਅਨੇਕ ਵਿਆਪਕ ਪੂਰਖ ਹੈਗਾ, ਇੱਕੋ ਹੀ ਹੈ, ਪਰ ਅਨੇਕਾਂ ਰੂਪਾਂ ਵਿੱਚ ਵਿਆਪਕ ਹੈ। ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਵਿਰਲਾ ਬੁਝੈ ਕੋਈ। ਕਹਿੰਦੇ ਵਿਰਲਾ ਹੈ ਜਿਹੜਾ ਇਸ ਗੱਲ ਨੂੰ ਬੁਝਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਤੇ ਕਿੱਦਾਂ ਐਗਜ਼ੈਂਪਲ ਕੀ ਦਿੱਤੀ? ਸੂਤ ਏਕ, ਜਿਵੇਂ ਇੱਕ ਧਾਗਾ ਹੁੰਦਾ ਹੈ, ਸੂਤ ਏਕ ਮਣ ਮੀਨਿੰਗ ਮਣ ਕੇ, ਸੂਤ ਏਕ ਮਣ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਜਿਵੇਂ ਇੱਕੇ ਧਾਗੇ ਵਿੱਚ ਕਈ ਮਣਕੇ ਪਰੋਏ ਹੁੰਦੇ ਨੇ, ਮਣਕਿਆਂ ਦੇ ਰੰਗ ਵੱਖਰੇ ਹੋ ਸਕਦੇ, ਉਹਨਾਂ ਦਾ ਸਾਈਜ਼ ਛੋਟਾ ਵੱਡਾ ਹੋ ਸਕਦਾ ਹੈ।
ਪਰ ਉਹਨਾਂ ਵਿੱਚੋਂ ਜਿਹੜਾ ਧਾਗਾ ਲਗਾਇਆ ਹੁੰਦਾ ਉਹ ਇੱਕ ਹੀ ਹੁੰਦਾ। ਹੁਣ ਇਸ ਗੱਲ ਨੂੰ ਜੇ ਆਪਾਂ ਬਰੀਕੀ ਨਾਲ ਸਮਝੀਏ, ਵੇਖਣ ਨੂੰ ਆਪਾਂ ਜਿਹੜੇ ਲੋਕ ਜਾਤਾਂ ਪਾਤਾਂ ਨੂੰ ਮੰਨ ਰਹੇ ਨੇ ਅਜੋਕੇ ਸਮੇਂ ਦੇ ਵਿੱਚ ਵੀ, ਉਹਨਾਂ ਦੇ ਮੂੰਹ 'ਤੇ ਬਹੁਤ ਵੱਡੀ ਚਪੇੜ ਹੈ। ਬਾਣੀ ਕਹਿੰਦੀ ਵੀ ਧਾਗਾ ਇੱਕ ਹੀ ਹੈ। ਧਾਗਾ ਮੀਨ ਕੀ ਹੈ? 5 ਤੱਤਾਂ ਦੇ ਸਾਰੇ ਸਰੀਰ ਬਣੇ ਹੋਏ ਨੇ। ਜੇ ਤੇ ਪ੍ਰਮਾਤਮਾ ਨੇ ਫਰਕ ਪਾਉਣਾ ਹੁੰਦਾ ਤਾਂ ਉਹ ਜਿਹੜੇ ਉੱਚੀ ਜਾਤ ਵਾਲੇ ਉਹਨਾਂ ਦੇ ਸਰੀਰ ਦੇ ਪਾਰਟ ਹੋਰ ਤਰੀਕੇ ਦੇ ਹੁੰਦੇ, ਜਿਹੜੇ ਗਰੀਬ ਆ ਉਹਨਾਂ ਦੇ ਸਰੀਰ ਦੇ ਪਾਰਟ ਹੋਰ ਤਰੀਕੇ ਦੇ ਹੁੰਦੇ, ਜਾਂ ਕੋਈ ਨਾ ਕੋਈ ਸਰੀਰ ਦੀ ਬਣਤਰ ਵਿੱਚ ਫਰਕ ਪੈਂਦਾ। ਜਦੋਂ ਵਾਹਿਗੁਰੂ ਅਕਾਲ ਪੁਰਖ, ਆਪਾਂ ਗੱਲ ਕਰਦੇ ਹਾਂ ਵੀ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ, ਫਿਰ ਇਹ ਕਿਹਨੇ ਕਿਹਾ ਵੀ ਉਹ ਨੀਵੀਂ ਜਾਤ ਦਾ ਤੇ ਉੱਚੀ ਜਾਤ ਦਾ? ਕਦੀ ਸੋਚ ਕੇ ਵੇਖਿਆ ਆਪਾਂ? ਕਿਉਂਕਿ ਅਸੀਂ ਸਟੱਡੀ ਨਹੀਂ ਕੀਤੀ, ਅਸੀਂ ਇਸ ਬੰਨੇ ਗਹਿਰਾਈ ਤੱਕ ਨਹੀਂ ਗਏ। ਇਹ ਜਾਤ ਪਾਤ ਵਰਨ ਵੰਡ ਅਖੌਤੀ ਧਾਰਮਿਕ ਲੋਕਾਂ ਦੀ ਦੇਣ ਸੀ, ਜਿਸ ਚੁੰਗਲ ਵਿੱਚ ਅੱਜ ਵੀ ਅਸੀਂ ਫਸੇ। ਪਰ ਦੁੱਖ ਪਤਾ ਕੀ ਆਉਂਦਾ ਹੈ? ਦੁੱਖ ਇਸ ਗੱਲ ਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ ਵਾਲੇ ਵੀ ਅਜੇ ਉਸੇ ਜਾਲ 'ਚ ਫਸੇ ਪਏ ਨੇ। ਤੁਸੀਂ ਇਤਿਹਾਸਕ ਗੁਰਦੁਆਰਿਆਂ ਜਾਂਦੇ ਹੋ, ਉੱਥੇ ਜਾਤਾਂ ਦੇ ਆਧਾਰ 'ਤੇ ਆਪਾਂ ਬਹਿਨੇ ਜਾ ਕੇ ਕਿਉਂ ਸਾਧ ਸੰਗਤ ਜੀ? ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਤੁਸੀਂ ਤਰਨ ਤਾਰਨ ਜਾਂਦੇ ਹੋ, ਤੁਸੀਂ ਅਨੰਦਪੁਰ ਸਾਹਿਬ ਜਾਂਦੇ ਹੋ, ਤੁਸੀਂ ਬੰਗਲਾ ਸਾਹਿਬ ਜਾਂਦੇ ਹੋ, ਤੁਸੀਂ ਦਮਦਮਾ ਸਾਹਿਬ ਜਾਂਦੇ ਹੋ, ਤੁਸੀਂ ਜਿੱਥੇ ਵੀ ਗੁਰਦੁਆਰਾ ਸਾਹਿਬ, ਉੱਥੇ ਇਹ ਵੇਖਿਆ ਜਾਂਦਾ ਵੀ ਇੱਥੇ ਜੱਟ ਬਹਿਣਗੇ, ਇੱਥੇ ਮਜ਼੍ਹਬੀ ਸਿੰਘ ਬਹਿਣਗੇ, ਇੱਥੇ ਫਲਾਣੇ ਰਵਿਦਾਸੀਏ ਬਹਿਣਗੇ, ਇੱਥੇ ਫਲਾਣੇ ਪੁੱਛਿਆ ਜਾਂਦਾ। ਉੱਥੇ ਸਾਰੇ ਇਕੱਠੇ ਬੈਠੇ ਨੇ, ਇਕੱਠੇ ਲੰਗਰ ਛਕ ਰਹੇ ਨੇ। ਜੇ ਇਤਿਹਾਸਕ ਸਥਾਨਾਂ 'ਤੇ ਇਹ ਚੀਜ਼ ਹੈ ਤਾਂ ਪਿੰਡਾਂ ਦੇ ਗੁਰਦੁਆਰਿਆਂ 'ਚ ਕਿਉਂ ਨਹੀਂ ਲਾਗੂ ਹੋ ਸਕਦੀ? ਗੁਰੂ ਗ੍ਰੰਥ ਸਾਹਿਬ 'ਤੇ ਉੱਥੇ ਵੀ ਇਹੋ ਹੀ ਹੈ। ਕਾਸ਼ ਕਿਤੇ ਪਿੰਡਾਂ ਦੇ ਵਿੱਚ ਇੱਕ ਗੁਰਦੁਆਰਾ ਹੁੰਦਾ, ਗੁਰਦੁਆਰੇ ਦਾ ਵੱਡਾ ਗੁਰਦੁਆਰਾ ਹੁੰਦਾ, ਉੱਥੇ ਇੱਕੇ ਥਾਂ 'ਤੇ ਸਵੇਰੇ ਸੰਗਤ ਇਕੱਠੀ ਆਣ ਕੇ ਬੈਠਦੀ। 150 ਕਿੱਲੇ ਦਾ ਮਾਲਕ ਕਿਸਾਨ ਵੀ ਉਸੇ ਗੁਰਦੁਆਰੇ ਆਵੇ, ਜਿਹੜਾ ਉਹਦੇ ਖੇਤਾਂ 'ਚ ਕੰਮ ਕਰਨ ਵਾਲਾ ਉਹ ਵੀ ਉਸੇ ਗੁਰਦੁਆਰੇ ਆਵੇ। ਹਰ ਇੱਕ ਬੰਦਾ ਨੌਕਰੀ ਪੇਸ਼ੇ ਕਰਨ ਵਾਲਾ ਉੱਥੋਂ ਸਵੇਰੇ ਲੈਸਨ ਲੈ ਕੇ ਚੰਗਾ ਉੱਥੇ ਕੋਈ ਗ੍ਰੰਥੀ ਰੱਖਿਆ ਹੋਵੇ। ਮੈਂ ਕਹਿੰਦਾ ਆਪਣੇ ਆਪ ਉੱਥੇ ਰੋਜ਼ ਸਵੇਰੇ ਗੁਰਬਾਣੀ ਦੀ ਵਿਚਾਰ ਕੀਤੀ ਜਾਵੇ, ਸਵੇਰੇ ਆਸਾ ਕੀ ਵਾਰ ਦਾ ਕੀਰਤਨ ਹੋਵੇ, ਪਿੰਡ ਵਿੱਚ ਹੀ ਬੈਠ ਕੇ। ਜਦੋਂ ਸਾਰਾ ਪੈਸਾ ਇੱਕ ਥਾਂ 'ਤੇ ਆਏਗਾ, ਉਹ ਪੈਸਾ ਪਿੰਡ ਦੇ ਭਲਾਈ 'ਤੇ ਲੱਗੇਗਾ ਨਹੀਂ ਲੱਗੇਗਾ? ਜਦੋਂ ਸਾਰੇ ਲੋਕ ਗੋਲਕ ਵਿੱਚ ਪੈਸੇ ਪਾਉਣਗੇ, ਉਸੇ ਗੋਲਕ ਦੇ ਪੈਸੇ ਨਾਲ ਪਿੰਡ ਦੀਆਂ ਬੱਚੀਆਂ ਦੀਆਂ ਲੋੜਵੰਦਾਂ ਦੀਆਂ ਫੀਸਾਂ ਤਾਰੀਆਂ ਜਾ ਸਕਦੀਆਂ, ਬੱਚਿਆਂ ਦੀਆਂ ਫੀਸਾਂ ਤਾਰੀਆਂ ਜਾ ਸਕਦੀਆਂ। ਕਿਸੇ ਲੋੜਵੰਦ ਪਰਿਵਾਰ ਦਾ ਕੋਈ ਮਰੀਜ਼ ਹੌਸਪੀਟਲ ਦਾਖਲ ਹੈ, ਉਹਦਾ ਇਲਾਜ 'ਤੇ ਪੈਸਾ ਖਰਚ ਕੀਤਾ ਜਾ ਸਕਦਾ। ਪਿੰਡ ਦਾ ਪੈਸਾ ਪਿੰਡ ਦੇ ਵਿਕਾਸ 'ਤੇ ਹੀ ਲਾਇਆ ਜਾ ਸਕਦਾ ਹੈ। ਪਰ ਚੌਧਰਪੁਣਾ ਆ ਪਿੱਛੇ ਜੇ ਸਾਨੂੰ ਇੱਕ ਪਿੰਡ ਜਾਣ ਦਾ ਮੌਕਾ ਮਿਲਿਆ, ਉੱਥੇ ਇਸ ਤੋਂ ਵੀ ਅੱਗੇ ਗੱਲ ਹੋ ਗਈ। ਇੱਕ ਤਾਂ ਜਾਤਾਂ ਦੇ ਆਧਾਰ 'ਤੇ ਗੁਰਦੁਆਰੇ ਵੱਖਰੇ ਵੱਖਰੇ ਬਣੇ। ਇੱਕੇ ਗੁਰਦੁਆਰੇ ਦੀ ਬਿਲਡਿੰਗ ਵਿੱਚ 2 ਸਰੂਪਾਂ ਦਾ ਪ੍ਰਕਾਸ਼ ਹੈ। ਕਾਹਦਾ ਜੀ? ਇਹ ਫਲਾਣੀ ਬਰਾਦਰੀ ਵਾਲਿਆਂ ਨੇ ਪ੍ਰਕਾਸ਼ ਕੀਤਾ ਅਤੇ ਫਲਾਣੀ ਬਰਾਦਰੀ ਵਾਲਿਆਂ ਨੇ ਪ੍ਰਕਾਸ਼ ਕੀਤਾ। ਮਤਲਬ ਮਸਲਾ ਅਕਾਲ ਤਖਤ ਤੱਕ ਵੀ ਚਲਾ ਗਿਆ। ਪਰ ਅਗਲੇ ਵੇਰੇ ਨੇ ਕਹਿੰਦੇ ਅਸੀਂ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਸੀ, ਅਤੇ ਵੇਖੋ ਜੀ ਫਲਾਣੀ ਜਾਤ ਵਾਲੇ ਆ, ਇਹ ਫਲਾਣੀ ਮਜ਼ਹਬ ਨਾਲ ਸੰਬੰਧ ਰੱਖਦੇ ਆ। ਕਦੀ ਸੋਚ ਕੇ ਵੇਖਿਆ ਅਸੀਂ ਕਿੱਥੇ ਪਹੁੰਚ ਗਏ? ਫਿਰ ਅਸੀਂ ਦੋਸ਼ ਦਿੰਦੇ ਜੀ ਸਾਡਾ ਅਜੋਕਾ ਨੌਜਵਾਨ ਵਰਗ, ਸਾਡੀ ਪੀੜ੍ਹੀ ਇਸ ਬਾਰੇ ਨਹੀਂ ਤੁਰਦੀ। ਉਹਨਾਂ ਨੇ ਲੱਛਣ ਵੇਖ ਲਏ ਨੇ, ਵੋਟਾਂ ਵੇਲੇ ਨਹੀਂ ਵੇਖਿਆ ਉਹਨਾਂ ਨੇ। ਗਲਾਂ 'ਚ ਕਿਰਪਾਨਾਂ ਪਈਆਂ ਨੇ, ਦਾੜੇ ਸਾਡੇ ਪ੍ਰਕਾਸ਼ ਨੇ, ਪੱਗਾਂ ਸਿਰ 'ਤੇ ਚਿੱਟੀਆਂ ਨੀਲੀਆਂ ਕਾਲੀਆਂ ਬੱਧੀਆਂ ਹੋਈਆਂ ਨੇ, ਅਤੇ ਸ਼ਰਾਬ ਦੀਆਂ ਬੋਤਲਾਂ ਪਿੱਛੇ ਅਸੀਂ ਰੈਲੀਆਂ 'ਚ ਤੁਰੇ ਫਿਰਦੇ ਹਾਂ। ਕਹਿੰਦੇ ਵੀ ਇੰਨਾਂ ਗੱਲਾਂ ਕਰਕੇ ਤਾਂ ਅਸੀਂ ਦੂਰ ਗਏ ਹਾਂ, ਇੰਨਾਂ ਤੁਹਾਡੇ ਕੰਮਾਂ ਕਰਕੇ ਤਾਂ ਅਸੀਂ ਪਰਾਂ ਚਲੇ ਗਏ ਵੀ ਯਾਰ ਜੇ ਇਹ ਚੀਜ਼ ਆ ਤਾਂ ਫਿਰ ਭਾਵੇਂ ਅਸੀਂ ਇਹਨਾਂ ਨੂੰ ਆਪਣਾ ਰੋਲ ਮਾਡਲ ਨਹੀਂ ਬਣਨਾ ਵੀ ਇਹਨਾਂ ਲੋਕਾਂ ਕਰਕੇ ਅਸੀਂ ਦੂਰ ਹੋਣਾ ਹੈ। ਨਹੀਂ, ਅਸੀਂ ਬਾਬਾ ਫਤਿਹ ਸਿੰਘ ਵੱਲ ਵੇਖਣਾ, ਅਸੀਂ ਬਾਬਾ ਜ਼ੋਰਾਵਰ ਸਿੰਘ ਵੱਲ ਵੇਖਣਾ। ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਠੀਕ ਹੈ ਇਹ ਲੋਕ ਕੁਰਸੀਆਂ ਦੇ ਮਗਰ, ਬੋਤਲਾਂ ਦੇ ਮਗਰ ਤੁਰੇ ਫਿਰਦੇ ਆ ਆਪਣੇ। ਇਸੇ ਕਰਕੇ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸ਼ਾਇਦ ਘੜਾਮ ਚੌਧਰੀ ਇਸੇ ਕਰਕੇ ਗੁਰਦੁਆਰੇ ਇੱਕ ਨਹੀਂ ਹੋਣ ਦੇ ਰਹੇ। ਅਗਲੇ ਨੂੰ ਪਤਾ ਵੀ ਜੇ ਗੁਰਦੁਆਰਾ ਇੱਕ ਹੋ ਗਿਆ, ਜੇ ਗੁਰਦੁਆਰੇ 4 ਆ ਤਾਂ 4 ਪ੍ਰਧਾਨ ਆ, 4 ਸੈਕਟਰੀ ਆ, 4 ਖਜ਼ਾਨਚੀ ਆ। ਗੁਰਦੁਆਰਾ ਇੱਕ ਹੋ ਗਿਆ ਤਾਂ ਪ੍ਰਧਾਨ ਇੱਕੋ ਰਹੇਗਾ, ਬਾਕੀ 3 ਵਿਹਲੇ ਹੋ ਜਾਣਗੇ ਵਿਚਾਰੇ। ਕੀ ਕਰਨਗੇ ਫਿਰ? ਕਈਆਂ ਨੂੰ ਗੁੱਸਾ ਬਹੁਤ ਆਉਂਦਾ ਜਦੋਂ ਅਸੀਂ ਸਰੋਪਿਆਂ ਦੀ ਗੱਲ ਕਰਦੇ ਵੀ ਸਰੋਪੇ ਨਾ ਦਿਓ। ਫਿਰ ਮੇਰੇ ਮਨ 'ਚ ਇੱਕ ਦਿਨ ਖਿਆਲ ਆਇਆ, ਮੈਂ ਕਿਹਾ ਜੇ ਸਰੋਪੇ ਦੇਣੇ ਵੀ ਇਹਨਾਂ ਕੋਲੋਂ ਲੈ ਲਓ, ਇਹਨਾਂ ਕੋਲ ਰਹਿ ਕੀ ਜਾਣਾ ਵਿਚਾਰੇ, ਕੰਮ ਕੀ ਕਰਨਗੇ ਫਿਰ? ਜਦੋਂ ਦੀਵਾਨ ਚੱਲ ਰਿਹਾ ਹੁੰਦਾ, ਰਾਗੀ ਸਿੰਘ ਕੀਰਤਨ ਕਰ ਰਿਹਾ ਹੁੰਦਾ, ਪ੍ਰਚਾਰ ਕਥਾ ਕਰ ਰਿਹਾ ਹੁੰਦਾ, ਇਹਨੂੰ ਸਟੇਜ 'ਤੇ ਬੋਲਿਆ ਜਾਂਦਾ, ਹੁਣ ਇਹ ਭਾਈ ਸਾਹਿਬ ਸਰੋਪਾ ਦੇਣਗੇ, ਜਾਂ ਚੱਲਦੇ ਕੀਰਤਨ ਕਥਾ 'ਚ ਗਾਇਕ ਲਿਆ ਕੇ ਸਰੋਪਾ ਪਾਉਂਦੇ ਆ, ਮੀਡੀਆ ਵੇਖਦਾ ਇਹ ਪ੍ਰਧਾਨ ਸਾਹਿਬ ਆ, ਇਹ ਸੈਕਟਰੀ ਆ, ਇਹ ਖਜ਼ਾਨਚੀ ਆ। ਤੇ ਜੇ ਵੀ ਇਹਨਾਂ ਕੋਲੋਂ ਲੈ ਲਓ ਤਾਂ ਪਿੱਛੇ ਰਹਿ ਕੀ ਜਾਣਾ ਭਲਾ? ਕੌਣ ਜਾਣਦਾ ਜੀ ਤੁਹਾਨੂੰ? ਜੇ ਗੁਰਦੁਆਰਾ ਨਾ ਹੋਵੇ ਤਾਂ ਤਾਂ ਹੀ ਤਾਂ ਗੁਰਦੁਆਰੇ ਨੂੰ ਸੀੜੀ ਆਖਿਆ ਸੀ ਵੀ ਗੁਰਦੁਆਰੇ ਰਾਹੀਂ ਇਹ ਲੋਕ ਸਿਆਸਤ ਤੱਕ ਪਹੁੰਚਦੇ ਆ। ਸਾਡੇ ਸਾਹਮਣੇ ਪ੍ਰਤੱਖ ਮਿਸਾਲਾਂ ਨੇ। ਗੁਰਦੁਆਰੇ ਇੱਕ ਨਿੱਕੇ ਜਿਹੇ ਗੁਰਦੁਆਰੇ ਦੀ ਪ੍ਰਧਾਨਗੀ ਤੋਂ ਲੈ ਕੇ ਸਾਡੇ ਸਾਹਮਣੇ ਪ੍ਰਤੱਖ ਉਦਾਹਰਨਾਂ ਨੇ। ਅਸੀਂ ਤਾਂ ਲੁਧਿਆਣੇ ਖੁਦ ਅੱਖੀਂ ਵੇਖਿਆ ਨਾ, ਇੱਕ ਮਾਡਲ ਟਾਊਨ ਦੇ ਗੁਰਦੁਆਰੇ ਤੋਂ ਮੱਕੜ ਵਰਗੇ ਵਿਅਕਤੀ ਤੁਰ ਕੇ ਤੇ SGPC ਤੱਕ ਪਹੁੰਚਦੇ ਆ। ਇਹਦਾ ਮਤਲਬ ਇਹ ਆਸ ਕਿਤੇ ਨਾ ਕਿਤੇ ਰੱਖੀ ਹੋਈ ਹੈ ਨਾ
ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਸੋਚ ਬੈਠੀ ਹੋਈ ਨਾ ਵੀ ਇੱਦਾਂ ਸੀढ़ी ਬਣਾ ਕੇ ਅਸੀਂ ਅੱਗੇ ਤੁਰਨਾ। ਅੱਜ ਇਸੇ ਕਰਕੇ ਸਿਆਸਤ ਤੱਕ ਪਹੁੰਚਣ ਵਾਸਤੇ ਗੁਰਦੁਆਰੇ ਨੂੰ ਸੀढ़ी ਬਣਾ ਲਿਆ। ਸਾਡੇ ਸਾਹਮਣੇ ਪ੍ਰਤੱਖ ਉਦਾਹਰਨਾਂ ਨੇ ਕਿ SGPC ਦਾ ਪ੍ਰਧਾਨ ਵੀ ਹੋਵੇ ਤੇ ਨਾਲ MLA ਵਾਲੇ ਬੰਨੇ ਵੀ ਸੋਚ ਰੱਖੇ ਤੇ ਉਧਰ ਵੀ ਇਲੈਕਸ਼ਨ ਲੜੇ। ਇਹ ਤੋਂ ਪਤਾ ਲੱਗਦਾ ਵੀ ਮਕਸਦ ਉਹ ਸੀ, ਇਹ ਸੀढ़ी ਹੈ ਵੀ ਲੋਕਾਂ 'ਚ ਧਾਰਮਿਕ ਭਾਵਨਾਵਾਂ, ਇਹ ਪ੍ਰਚਾਰ ਹੋ ਰਿਹਾ ਜੀ, ਇਹ ਗੁਰਮਤ ਦੀ ਗੱਲ ਹੋ ਰਹੀ ਹੈ ਜੀ, ਇਹ ਤਮਾਸ਼ਾ ਬਣ ਗਿਆ ਅੱਜ। ਪਰ ਗੱਲ ਫਿਰ ਇਹ ਆਉਂਦੀ ਹੈ, ਜੇ ਉਹ ਕੜਮ ਚੌਧਰੀ ਲੋਕ ਨਹੀਂ ਸੁਣਦੇ, ਆਪਾਂ ਜਾਗੀਏ ਭਾਈ, ਆਪਣੀ ਡਿਊਟੀ ਹੈ, ਆਪਾਂ ਆਪਣੇ ਇਲਾਕੇ ਵਿੱਚ ਆਪਾਂ ਆਪਣੇ ਫਰਜ਼ਾਂ ਦੀ ਪਹਿਚਾਣ ਕਰੀਏ। ਆ ਜਿਹੜੀ ਗੱਲ ਕਹੀਏ ਵੀ ਦੂਜੀ ਛੋੜ ਕੁਆਟੜੀ, ਦੂਜਾ ਰਾਹ ਛੱਡੀਏ ਆਪਾਂ, ਵਿਸ਼ਿਆਂ ਵਕਾਰਾਂ ਵਾਲਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲਾ, ਚੌਧਰਪੁਣੇ ਵਾਲਾ ਰਾਹ ਛੱਡ ਕੇ ਇੱਕ ਸੋਂ ਚਿੱਤ ਲਾਏ, ਇੱਕ ਗ੍ਰੰਥ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਵਾਲੀ ਗੱਲ ਕਰੀਏ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ। ਮਨ ਰੇ ਥਿਰ ਰਹੋ ਮਤ ਕਤ ਜਾਹੀਂ ਜਿਉ, ਬਾਹਰ ਢੂੰਡ ਤੋਂ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਰੇ ਜੀ ਨਲਜ, ਲਾਜ ਤੋਏ ਨਹੀਂ, ਹਰ ਤਜ ਕਤ ਕਾਹੂੰ ਕੇ ਜਾਹੀਂ, ਜਾਂ ਕੋ ਠਾकुर ऊँचा ਹੋਈ, ਸੋ ਜਨ ਪਰ ਕਰ ਜਾਤ ਨਾ ਸੋਹੀ। ਇੱਕ ਸੋਂ ਚਿਤ ਲਾਏ ਦੂਜੇ ਭਾਵੀ ਨਾਨਕਾ, ਭਾਵੀ ਦਾ ਅਰਥ ਹੈ ਦੂਜਿਆਂ ਭਾਵਾਂ ਵਿੱਚ, ਹੋਰ ਪਿਆਰਾਂ ਵਿੱਚ। ਇੱਕ ਤੋਂ ਬਿਨਾਂ ਜਿਹੜੇ ਤੂੰ ਹੋਰ ਪਿਆਰ ਪਾ ਕੇ ਬੈਠਾ ਹੈ, ਜਿਹੜੀ ਤੂੰ ਹੋਰ ਦਲਦਲ ਵਿੱਚ ਚਿੱਕੜ 'ਚ ਫਸਿਆ ਪਿਆ ਹੈ, ਵਹਿਣ ਲੁੜੰਦੜੀ ਜਾਏ, ਇਸ ਵਹਿਣ ਵਿੱਚ ਰੁੜ ਜਾਏਗੀ। ਹੇ ਜੀਵ ਇਸਤਰੀਏ, ਹੇ ਭਾਈ, ਤੂੰ ਇਸ ਵਹਿਣ ਵਿੱਚ ਰੁੜ ਜਾਏਗਾ ਜੇ ਤੂੰ ਇੱਕ ਦਾ ਲੜ ਛੱਡ ਦਿੱਤਾ ਤੇ ਇੱਕ ਦਾ ਪੱਲਾ ਛੱਡ ਦਿੱਤਾ। ਹੁਣ ਜਿਹੜੀ ਗੱਲ ਇੱਥੇ ਆਪਾਂ ਭਗਤ ਨਾਮਦੇਵ ਜੀ ਦੀ ਪੜ੍ਹੀ ਹੈ, ਕਿੱਡੀ ਪਿਆਰੀ ਹੈ ਕਿ ਸੂਤ ਏਕ। ਹੁਣ ਜੇ ਇਸ ਗੱਲ ਨੂੰ ਸਮਝੇ ਵੀ ਸੂਤ ਤਾਂ ਇੱਕੋ ਹੀ ਹੈ, ਜੇ ਸਾਰੇ ਸਰੀਰ ਪੰਜਾਂ ਤੱਤਾਂ ਦੇ ਬਣੇ ਨੇ, ਅੱਗ ਹੈ, ਹਵਾ ਹੈ, ਪਾਣੀ ਹੈ, ਆਕਾਸ਼ ਹੈ, ਮਿੱਟੀ ਜਿਹਨੂੰ ਆਪਾਂ ਧਰਤੀ ਕਹਿੰਦੇ, ਇਹ ਹੈ। ਦੱਸਿਆ ਜੀ ਕੋਈ ਉੱਚੀ ਜਾਤ ਵਾਲਾ, ਉਹਨੂੰ ਉਹ 6 ਤੱਤਾਂ ਦਾ ਬਣਿਆ, ਕੋਈ ਮੰਦਰ ਗੁਰਦੁਆਰੇ 'ਚ ਬਹਿਣ ਵਾਲਾ 6 ਤੱਤਾਂ ਦਾ ਬਣਿਆ, ਕਿਸੇ ਡੇਰੇਦਾਰ ਕੋਈ ਡੇਰੇ 'ਚ ਬਹਿਣ ਵਾਲਾ 6 ਤੱਤਾਂ ਦਾ ਬਣਿਆ, ਤੇ ਜਿਹਨੂੰ ਕਹਿੰਦਾ ਜੀ ਇਹਦਾ ਹੱਥ ਲੱਗ ਗਿਆ ਤੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ, ਉਹ 5 ਤੱਤਾਂ ਦਾ ਬਣਿਆ, 4 ਤੱਤਾਂ ਦਾ ਬਣਿਆ, ਉਹ ਵੀ 5 ਦਾ ਬਣਿਆ, ਉਹ ਵੀ 5 ਦਾ ਬਣਿਆ। ਐਸੇ ਸਾਧ ਵੀ ਪੰਜਾਬ 'ਚ ਪੈਦਾ ਹੋਏ ਸੀ। ਉਹ ਵੱਖਰੀ ਗੱਲ ਹੈ ਕਿ ਟਾਈਮ ਨਾਲ ਚਲੇ ਗਏ, ਜਿਹੜੇ ਕਿਸੇ ਮਜ਼੍ਹਬੀ ਸਿੰਘ ਦਾ ਹੱਥ ਲੱਗਣ ਨਾਲ ਨਲਕੇ ਦੇ ਲਾਗੇ ਪਾਥੀਆਂ ਲੱਕੜਾਂ ਛਡਾ ਕੇ ਪਹਿਲਾਂ ਅੱਗ ਲਵਾਉਂਦੇ ਸੀ, ਇਹਨੂੰ ਮਾਂਝੋ ਕਿਉਂਕਿ ਇਹਨੂੰ ਫਲਾਣੇ ਨੇ ਹੱਥ ਲਾਤਾ ਹੈ। ਅੱਜ ਉਹਨਾਂ ਦੀਆਂ ਸਭ ਤੋਂ ਵੱਡੇ ਪੱਧਰ 'ਤੇ ਬਰਸੀਆਂ ਮਨਾਈਆਂ ਜਾਂਦੀਆਂ ਨੇ। ਅਖੌਤੀ ਧਾਰਮਿਕ ਲੋਕ ਵੀ ਆਉਂਦੇ ਨੇ, ਰਾਜਨੀਤਿਕ ਲੋਕ ਵੀ ਆਣ ਕੇ ਉਹਨਾਂ ਪਖੰਡੀ ਬਾਬਿਆਂ ਦੇ ਸੋਹਲੇ ਗਾਉਂਦੇ ਨੇ। ਜਿਹੜੇ ਕਿਸੇ ਦੇ ਪੰਜਾਬ 'ਚ ਐਸੇ ਡੇਰੇ ਨੇ ਜਿੱਥੇ ਲਿਖ ਕੇ ਲਾਇਆ ਮਜ਼੍ਹਬੀ ਸਿੰਘਾਂ ਦੇ ਬਰਤਨ ਆ ਵਾ, ਜ਼ਿਮੀਂਦਾਰਾਂ ਦੇ ਬਰਤਨ ਆ ਵਾ। ਸੋਚ ਕੇ ਵੇਖੋ ਤੁਸੀਂ। ਹੁਣ ਤਾਂ ਖੇਤਾਂ 'ਚ ਕੰਮ ਕਰਨ ਵਾਲੇ, ਮੈਂ ਕੱਲ੍ਹ ਹੀ ਆਪਣੇ ਵੀਰਾਂ ਨਾਲ ਗੱਲ ਕਰ ਰਿਹਾ ਸੀ, ਹੁਣ ਤਾਂ ਜ਼ਮਾਨਾ ਇੰਨਾ ਬਦਲ ਗਿਆ ਵੀ ਅੱਜ ਤੋਂ 15, 20, 25 ਸਾਲ ਪਹਿਲਾਂ ਜਿਹੜਾ ਖੇਤਾਂ 'ਚ ਕੰਮ ਕਰਦਾ ਸੀ ਨਾ, ਉਹਦੇ ਬਰਤਨ ਦੂਰ ਰੱਖ ਦੇਣੇ, ਉਹਨੇ ਆਉਣਾ ਉੱਥੇ ਉਹਦੀ ਰੋਟੀ ਦਾਲ ਪਾ ਦੇਣੀ, ਘਰ ਲੈ ਜਾਣੀ। ਅੱਜ ਦਾ ਅਜੋਕਾ ਸਮਾਂ ਹੋਰ ਹੈ। ਅੱਜ ਕੁਰਸੀ 'ਤੇ ਬਿਠਾ ਕੇ, ਟੇਬਲ 'ਤੇ ਰੋਟੀ ਲਾ ਕੇ ਬਹੁਤ ਜ਼ਿਮੀਂਦਾਰ ਭਰਾ ਜਿਹੜੇ ਆਪਣੇ ਖੇਤਾਂ 'ਚ ਕੰਮ ਕਰਨ ਵਾਲੇ ਨੂੰ ਭਰਾਵਾਂ ਦੀ ਤਰ੍ਹਾਂ ਪ੍ਰਸ਼ਾਦਾ ਛਕਾਉਂਦੇ ਨੇ। ਉਹ ਕਾਮਾ ਰੋਟੀ ਖਾ ਰਿਹਾ ਹੁੰਦਾ ਤੇ ਕਿਸਾਨ ਆਪ ਪਾਣੀ ਉਹਨੂੰ ਫੜਾ ਰਿਹਾ ਹੁੰਦਾ। ਉਹ ਕਹਿੰਦਾ ਆਪਾਂ ਭਰਾਵਾਂ ਯਾਰ, ਤੇ ਤੂੰ ਮੱਝਾਂ ਨੂੰ ਪੱਠੇ ਪਾਉਣਾ ਤੇ ਸਾਰਾ ਟੱਬਰ ਦੁੱਧ ਪੀਂਦਾ, ਤੈਨੂੰ ਕਿਹਨੇ ਕਿਹਾ ਤੂੰ ਨੀਵਾਂ। ਤੇ ਅੱਜ ਉਹ ਵੀ ਮਾਣ ਮਹਿਸੂਸ ਕਰਦੇ ਆ। ਕਿਉਂ? ਐਜੂਕੇਸ਼ਨ, ਕੜੀ ਬੱਚੇ ਪੜ੍ਹ ਲਿਖ ਗਏ, ਨਹੀਂ ਤੇ ਅਨਪੜ੍ਹਤਾ। ਇਸੇ ਕਰਕੇ ਤੇ ਅਗਲੇ ਕਹਿੰਦੇ ਸੀ ਮੰਦਰ ਪਿੱਟਿਆ ਗਿਆ ਸਾਡਾ, ਕਿਸੇ ਦਲਿਤ ਬੰਦੇ ਦੇ ਪੈਰ ਪੈਣਾ। ਇਹ ਭਾਰਤ ਦੀਆਂ ਤਸਵੀਰਾਂ ਨੇ ਨਾ। ਆਰਮੀ ਜੋਬ ਕਰਨ ਵਾਲਾ ਬੰਦਾ ਕਿਸੇ ਮੰਦਰ ਮੱਥਾ ਟੇਕਣ ਜਾਂਦਾ, ਤੈਨੂੰ ਤਿਲਕ ਲਾਉਣ ਲਈ ਕਿਤੇ ਬਾਹਰ ਆਏਗਾ ਮੰਦਰ ਦਾ ਪੁਜਾਰੀ, ਅੰਦਰ ਚਲੇ ਕਹਿੰਦੇ ਮੰਦਰ ਪਿੱਟਿਆ ਜਾਣਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਇਹ ਨਾ ਉੱਥੇ ਬਾਰਡਰਾਂ 'ਤੇ ਬੈਠੇ ਤਾਂ ਤੁਹਾਡਾ ਲੱਭੇ ਕੱਖ ਨਾ ਇੱਥੇ, ਜਿਨ੍ਹਾਂ ਨੂੰ ਤੁਸੀਂ ਆਪਣੇ ਅੰਦਰ ਆਉਣ ਤੋਂ ਵੀ ਮਤਲਬ ਕੰਨੀ ਕਤਰਾ ਰਹੇ ਜੇ। ਇਸੇ ਕਰਕੇ ਤਾਂ ਪ੍ਰੋਬਲਮ ਸੀ ਕਿ ਜੇ ਕੁੱਤਾ ਖੂਹ ਤੋਂ ਪਾਣੀ ਪੀ ਗਿਆ ਤੇ ਖੂਹ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਇੱਕ ਦਲਿਤ ਬੰਦਾ ਖੂਹ ਤੋਂ ਪਾਣੀ ਪੀ ਗਿਆ ਤੇ ਕਹਿੰਦੇ ਜੀ ਇਹ ਖੂਹ ਦਾ ਪਾਣੀ ਅਪਵਿੱਤਰ ਹੋ ਗਿਆ। ਕਦੋਂ ਇਸ ਗੰਦੀ ਸੋਚ 'ਚੋਂ ਅਸੀਂ ਬਾਹਰ ਨਿਕਲਾਂਗੇ? ਤੇ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਆਪਣੇ ਆਪ ਨੂੰ ਅਜੇ ਤੱਕ ਦਲਿਤ ਅਖਵਾਈ ਜਾਂਦੇ ਨੇ, ਸਿਰਫ ਸਰਕਾਰਾਂ ਕੋਲੋਂ ਥੋੜ੍ਹਾ ਬੈਨੀਫਿਟ ਲੈਣ ਵਾਸਤੇ। ਉਹ ਵੀ ਉੱਠਣ ਕਿ ਨਹੀਂ ਭਾਈ, ਤੁਹਾਨੂੰ ਕਿਹਨੇ ਕਿਹਾ ਸੀ ਗਰੀਬ ਆ? ਆਪਣੇ ਆਪ ਨੂੰ ਇੰਨਾ ਮਹਿੰਗੇ ਕਰ ਲਓ ਕਿ ਆਪਣੇ ਆਪ ਨੂੰ ਉੱਚੀਆਂ ਅਹੁਦਿਆਂ ਤੱਕ ਪਹੁੰਚਾਓ। ਪੜ੍ਹੋ ਲਿਖੋ, ਅਫਸਰ ਬਣੋ। ਜਦੋਂ ਕੋਈ SSP ਬਣ ਜਾਂਦਾ ਹੈ, ਕੋਈ DC ਬਣ ਜਾਂਦਾ ਹੈ, 5-10 ਫੈਕਟਰੀਆਂ ਦਾ ਮਾਲਕ ਵੀ ਹੈ ਨਾ, ਅਗਲੀ ਮਰਜ਼ੀ ਹੈ SSP ਉਹਨੂੰ ਮਿਲੇ ਕਿ ਨਾ ਮਿਲੇ, ਅਗਲਾ ਵੇਟ ਕਰਾਉਂਦਾ ਵੀ ਬਾਹਰ ਵੇਟ ਕਰ ਭਾਈ। ਮਹਿੰਗਾ ਹੋਇਆ ਕਿ ਨਹੀਂ ਆਪਣੇ ਆਪ ਨੂੰ? ਜਿਵੇਂ ਘਿਓ ਮਹਿੰਗਾ ਹੁੰਦਾ ਤਾਂ ਪਿੱਟਿਆ ਨਹੀਂ ਮੰਨਿਆ ਜਾਂਦਾ।
ਘੇ ਪੱਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨਵੇਂ ਹੋਏ। ਤੁਸੀਂ ਆਪਣੇ ਆਪ ਨੂੰ ਮਹਿੰਗਾ ਕਰ ਲਓ। ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਆਪਣੇ ਬੱਚੇ ਨੂੰ ਪੜ੍ਹਾਓ, ਲਿਖਾਓ, ਐਜੂਕੇਸ਼ਨ ਦਿਓ? ਜੇ ਮੈਂ ਬਹੁਤ ਵਾਰ ਇਹ ਗੱਲ ਦੇ ਉੱਤੇ ਵਿਚਾਰ ਕਰ ਚੁੱਕਾ, ਜੇ ਬਿਹਾਰ 'ਚ ਇੱਕ ਪੈਦਾ ਹੋਇਆ ਬੱਚਾ, ਯੂਪੀ 'ਚ ਪੈਦਾ ਹੋਇਆ ਬੱਚਾ, ਮਹਾਰਾਸ਼ਟਰ 'ਚ ਪੈਦਾ ਹੋਇਆ ਬੱਚਾ, ਕੇਰਲਾ 'ਚ ਪੈਦਾ ਹੋਇਆ ਬੱਚਾ ਇੱਕ ਦਰਮਿਆਨੇ ਪਰਿਵਾਰ ਦਾ ਉੱਚਾ ਅਫਸਰ ਬਣ ਸਕਦਾ, ਸੋਚੋ ਨਾ। ਆਪਾਂ ਆਪਣੇ ਬੱਚਿਆਂ ਨੂੰ ਇਸ ਬੰਨੇ ਤੋਰੀਏ, ਚੰਗੀ ਸੋਚ ਵਾਲੇ ਬੰਨੇ ਲੈ ਕੇ ਆਈਏ। ਐਜੂਕੇਸ਼ਨ ਮਤਲਬ ਅਸੀਂ ਹੱਥੀਂ ਕੁਝ ਕਰਨਾ ਨਹੀਂ ਚਾਹੁੰਦੇ ਕਿਸਮਤ ਦੇ ਉੱਤੇ, ਹਾਏ ਜੀ ਮੇਰੇ ਹੱਥਾਂ ਦੀਆਂ ਲਕੀਰਾਂ। ਤੁਸੀਂ ਸੋਚ ਕੇ ਵੇਖੋ, ਜਿਹੜੇ ਲੋਕ ਆਪਣੇ ਇੱਦਾਂ ਹੱਥ ਲੈ ਕਿਸੇ ਜੋਤਸ਼ੀ ਪਾਂਦੇ ਦੇ ਅੱਗੇ ਜਾ ਕੇ ਬਹਿ ਜਾਂਦੇ, ਮੈਨੂੰ ਦੱਸਿਓ ਜੀ ਮੇਰੇ ਹੱਥ ਦੀਆਂ ਰੇਖਾਵਾਂ ਕੀ ਕਹਿੰਦੇ ਨੇ। ਅਤੇ ਜਿਨ੍ਹਾਂ ਦੇ ਹੱਥ ਹੀ ਨਹੀਂ ਹੈਗੇ ਉਹ ਰੋਟੀ ਨਹੀਂ ਖਾਂਦੇ। ਸੋਚ ਕੇ ਵੇਖੋ ਤੁਸੀਂ, ਅਸੀਂ ਕਿਹੜੇ ਬੰਨੇ ਤੁਰੇ ਫਿਰਦੇ ਹਾਂ। ਅਜੇ ਵੀ ਮੈਂ ਆਪਣੀ ਜ਼ਿੰਦਗੀ 'ਚ ਐਸੇ ਨੌਜਵਾਨ ਵੇਖੇ ਨੇ ਜਿਹੜੇ ਪਖੰਡੀ ਬਾਬਿਆਂ ਦੀਆਂ ਗਲਾਂ 'ਚ ਫੋਟੋਆਂ ਲੌਕਟ ਪਾ ਕੇ ਬੈਠੇ ਨੇ। ਆਓ ਉਠੋ, ਸ਼ਬਦ ਨਾਲ ਆਪਣੇ ਆਪ ਨੂੰ ਜਗਾਓ, ਸੋਚ ਵਧੀਆ ਲੈ ਕੇ ਆਓ। ਜਿਹੜੀ ਗੱਲ ਸਾਨੂੰ ਗੁਰੂ ਸਾਹਿਬ ਜੀ ਨੇ ਕਹੀ ਹੈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਆਪਣੀ ਜ਼ਿੰਦਗੀ 'ਚ ਵਿਚਾਰ ਲੈ ਕੇ ਆਓ। ਇੱਥੇ ਜਿਹੜੀ ਗੱਲ ਕਹੀ ਹੈ, ਦੂਜੇ ਭਾਵੀਂ ਨਾਨਕਾ, ਦੂਜੇ ਭਾਵਾਂ ਵਿੱਚ, ਭਾਵੀਂ ਦਾ ਅਰਥ ਹੈ ਦੂਜੇ ਪਿਆਰਾਂ ਵਿੱਚ, ਨਾਨਕਾ ਵਹਿਣ। ਵਹਿਣ ਜੀ ਵਹਿਣ ਵਹਿ ਰਿਹਾ ਭਾਈ, ਵਹਿਣ। ਅੱਜ ਵਹਿਣ 'ਚ ਹੀ ਲੋਕ ਰੁੜੇ ਜਾ ਰਹੇ ਨੇ, ਲੁੜੰਦਰੀ ਜਾਏ। ਫਿਰ ਇੱਥੇ ਬਸ ਨਹੀਂ, ਕਹਿੰਦੇ ਜਲ ਤਰੰਗ ਅਰ ਫੇਨ ਬੁੱਧ ਬੁੱਧਾ ਜਲ 'ਤੇ ਭਿੰਨ ਹੋਈ। ਮੀਂਹ ਪੈਂਦਾ ਨਾ ਜਦੋਂ ਆਪਾਂ, ਬਹੁਤ ਤੇਜ਼ ਬਾਰਿਸ਼ ਹੁੰਦੀ ਹੈ, ਉਹ 'ਚ ਬੁਲਬੁਲੇ ਬਣਦੇ ਨਹੀਂ, ਤਾਂ ਝੱਗ ਬਣ ਜਾਂਦੀ ਹੈ, ਹਵਾ ਵਗਦੀ ਹੈ, ਨਾਲ ਹੀ ਬੁਲਬੁਲੇ ਫਟ ਜਾਂਦੇ ਨੇ। ਹੁਣ ਇੱਕੇ ਪਾਣੀ ਦੇ ਕਿੰਨੇ ਰੂਪ ਨੇ, ਝੱਗ ਵੀ ਉਹ 'ਚੋਂ ਦਿਸ ਰਹੀ ਹੈ, ਬੁਲਬੁਲੇ ਵੀ ਦਿਸ ਰਹੇ ਨੇ, ਜਲ ਤਰੰਗ। ਜਦੋਂ ਜ਼ੋਰ ਨਾਲ ਵਾਸ਼ਰ ਪੈਂਦੀ ਹੈ, ਛਿੱਟਾਂ ਵੀ ਪੈਂਦੀਆਂ, ਤਰੰਗਾਂ ਵੀ ਨਿਕਲਦੀਆਂ ਨੇ। ਅੱਛਾ ਹੁਣ ਦੱਸੋ ਜੀ, ਇਹ ਸਭ ਚੀਜ਼ਾਂ ਅਲੱਗ-ਅਲੱਗ ਨੇ? ਨਾ, ਅਲੱਗ-ਅਲੱਗ ਹੈ। ਬੁਲਬੁਲਾ ਹੈ, ਝੱਗ ਹੈ, ਤਰੰਗਾਂ ਹੈ, ਪਰ ਇੱਕੇ ਪਾਣੀ ਦੇ ਵੱਖ-ਵੱਖ ਰੂਪ ਨੇ ਨਾ। ਜਲ ਤਰੰਗ ਅਰ ਫੇਨ ਬੁੱਧ ਬੁੱਧਾ ਜਲ 'ਤੇ ਭਿੰਨ ਨਾ ਹੋਈ। ਜਲ ਤੋਂ ਭਿੰਨ ਨਹੀਂ ਹੈਗੀ। ਇੱਦਾਂ ਇੱਕੇ ਮਾਲਕ ਦੇ ਰੂਪ ਨੇ। ਮਾਂ ਹੈ, ਬਾਪ ਹੈ, ਭੈਣ ਹੈ, ਭਰਾ ਹੈ, ਪੁੱਤਰ ਹੈ, ਧੀ ਹੈ, ਜੋ ਵੀ ਆਪ ਹੈਗੇ ਉਹਦੇ ਰੂਪ ਨੇ। ਅਤੇ ਫਿਰ ਨਫ਼ਰਤ ਕਾਹਦੇ ਨਾਲ ਜੀ? ਜੇ ਉਹਦੇ ਰੂਪ ਨੇ, ਨਫ਼ਰਤ ਕਾਹਦੇ ਨਾਲ? ਹੁਣ ਜਿਹੜੀ ਝੱਗ ਹੈ ਉਹ ਬੁਲਬੁਲੇ ਨਾਲ ਨਫ਼ਰਤ ਕਰੇ, ਗੱਲ ਫੱਬਦੀ ਆ। ਅਤੇ ਪਿੱਛੇ ਜਿਹੜੀਆਂ ਤਰੰਗਾਂ ਉਹ ਕਹਿੰਦੀਆਂ, ਕਮਲਿਓ ਆਪਾਂ ਸਾਰੇ ਰੂਪ ਇੱਕੋ ਹੀ ਹਾਂ, ਇਹ ਰੂਪ ਅਲੱਗ-ਅਲੱਗ ਨੇ, ਆਪਣਾ ਧੁਰ ਤੇ ਇੱਕ ਹੀ ਹੈ। ਪਾਣੀ ਦੇ ਰੂਪ ਨੇ। ਝੱਗ ਬੁਲਬੁਲੇ ਨੂੰ ਕਹੇ ਮੈਂ ਤੈਨੂੰ ਲਾਇਕ ਨਹੀਂ ਕਰਦੀ, ਅਤੇ ਬੁਲਬੁਲਾ ਝੱਗ ਨੂੰ ਕਹੇ ਮੈਂ ਨਹੀਂ ਤੈਨੂੰ ਲਾਇਕ ਕਰਦਾ। ਬੁਲਬੁਲਾ ਤਰੰਗਾਂ ਨੂੰ ਕਹੇ ਮੈਨੂੰ ਤੁਸੀਂ ਚੰਗੀਆਂ ਲੱਗਦੀਆਂ ਨਹੀਂ। ਇਮਾਨਦਾਰੀ ਨਾਲ ਸੋਚੋ, ਤੁਸੀਂ ਪੜ੍ਹੇ ਲਿਖੇ ਵੀਰ ਭੈਣਾਂ ਵੀ ਸੁਣ ਰਹੇ ਹੋਗੇ, ਇਹ ਕੋਈ ਸੈਂਸ ਬਣਦੀ ਹੈ, ਕੋਈ ਸੋਚ ਬਣਦੀ ਹੈ? ਤਰੰਗ ਬੁਲਬੁਲੇ ਨੂੰ ਕਹੇ, ਬੁਲਬੁਲਾ ਝੱਗ ਨੂੰ ਕਹੇ, ਅਤੇ ਪਿੱਛੇ ਪਾਣੀ ਬੋਲੇਗਾ ਕਮਲਿਓ ਤੁਸੀਂ ਸਾਰੇ ਤਿੰਨੇ ਮੇਰੇ ਰੂਪ ਜੇ। ਜਲ ਤਰੰਗ ਅਰ ਫੇਨ ਬੁੱਧ ਬੁੱਧਾ ਜਲ 'ਤੇ ਭਿੰਨ ਹੋਏ। ਜਦੋਂ ਇੱਦਾਂ ਇੱਕ ਬੰਦਾ ਦੂਜੇ ਨੂੰ ਨਫ਼ਰਤ ਕਰ, ਤੂੰ ਹੱਥ ਲਾ ਤਾਂ ਪਿੱਟਿਆ ਗਿਆ, ਕਿੱਥੋਂ ਆਏ ਆਪਾਂ? ਸੇਮ ਇੱਦਾਂ ਹੀ ਚੱਪਣੀ ਛਕਾਲੇ ਨਾਲ, ਛਕਾਲਾ ਕਾੜਨਾ ਝਾਵੇਂ ਨਾਲ ਨਫ਼ਰਤ ਕਰੇ, ਅਤੇ ਪਿੱਛੋਂ ਘੁਮਿਆਰ ਬੋਲੂਗਾ ਨਾ, ਕਮਲਿਓ ਤੁਹਾਨੂੰ ਘੜਨ ਵਾਲਾ ਤਾਂ ਮੈਂ ਆ, ਤੁਸੀਂ ਇੱਕੇ ਮਿੱਟੀ ਤੋਂ ਬਣੇ ਜੇ। ਇੱਕੇ ਵਾਰੀ ਮਿੱਟੀ ਗੁੰਨੀ ਸੀ, ਉਹਦੇ ਵਿੱਚੋਂ ਛਕਾਲਾ ਤਿਆਰ ਕਰਤਾ, ਉਹਦੇ ਵਿੱਚੋਂ ਝਾਵਾਂ ਤਿਆਰ ਕਰਤਾ, ਉਹਦੇ ਵਿੱਚੋਂ ਚੱਪਣੀ ਤਿਆਰ ਕਰਦੀ। ਨਫ਼ਰਤ ਕਿਉਂ ਕਰਦੇ ਇੱਕ ਦੂਜੇ ਨਾਲ? ਜਲ ਤਰੰਗ ਅਰ ਫੇਨ ਬੁੱਧ ਬੁੱਧਾ ਜਲ 'ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਹੋਈ। ਇਹ ਸਾਰਾ ਪ੍ਰਪੰਚ ਉਹਦਾ ਰਚਿਆ ਹੋਇਆ। ਵਿਚਾਰੋਗੇ ਸਮਝ ਆ ਜਾਊਗੀ, ਕੋਈ ਵੀ ਅਲੱਗ ਨਹੀਂ ਹੈ ਚੀਜ਼। ਮਿਥਿਆ ਭਰਮ ਅਰ ਸੁਪਨ ਮਨੋਰਥ 7 ਪਦਾਰਥ ਜਾਣੇ ਆ। ਜਿਵੇਂ ਸੁਪਨਾ ਨਹੀਂ ਆਉਂਦਾ ਬੰਦੇ ਨੂੰ, ਜਦੋਂ ਬੰਦਾ ਸੱਚ ਨਾਲ ਜੁੜਦਾ ਨਾ, ਫਿਰ ਸਮਝ ਆਉਂਦੀ ਆ ਵੀ ਆਹ ਜੋ ਕੁਝ ਮੈਂ ਸਮਝੀ ਬੈਠਾ। ਜਿਵੇਂ ਸੁਪਨੇ 'ਚ ਕੋਈ ਤੁਸੀਂ ਚੀਜ਼ ਵੇਖ ਲਓ, ਅਤੇ ਸੁਪਨੇ ਵਿੱਚ ਜੋ ਤੁਸੀਂ ਵੇਖਿਆ ਹੁੰਦਾ ਉਹ ਹਕੀਕਤ ਥੋੜ੍ਹਾ ਹੁੰਦੀ ਹੈ। ਸੁਪਨੇ 'ਚ ਕੋਈ ਬੰਦਾ ਕਿਸੇ ਕੰਟਰੀ 'ਚ ਪਹੁੰਚ ਜਾਂਦਾ, ਸੁਪਨੇ 'ਚ ਬੰਦਾ ਕੋਈ ਕਿਸੇ ਤਖਤ 'ਤੇ ਬਹਿ ਜਾ ਕੇ ਜਦੋਂ ਆਪਾਂ ਰਾਜ ਭਿਅੰਗ ਦੀ ਗੱਲ ਕਰਦੇ ਹਾਂ, ਨਰਪਤੀ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਹੁਣ ਸਿੰਘਾਸਨ 'ਤੇ ਉਹਦੀ ਅੱਖ ਲੱਗ ਗਈ ਰਾਜੇ ਦੀ, ਅਤੇ ਸੁਪਨਾ ਆਇਆ ਭਿਖਾਰੀ ਦਾ। ਉਹ ਭਿਖਾਰੀ ਥੋੜ੍ਹਾ ਸੀ ਹੈਗਾ, ਅਤੇ ਬਾਦਸ਼ਾਹ ਸੀ। ਅਤੇ ਕਿਸੇ ਭਿਖਾਰੀ ਨੂੰ ਸੁਪਨਾ ਆ ਜੇ ਮੈਂ ਬਾਦਸ਼ਾਹ ਬਣ ਗਿਆ, ਸੱਚ ਥੋੜ੍ਹਾ ਹੈ। ਇੱਦਾਂ ਹੀ ਇੱਥੇ ਭਗਤ ਜੀ ਕਹਿੰਦੇ ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਮਿਥਿਆ ਭਰਮ, ਮਿਥਿਆ ਦਾ ਅਰਥ ਹੈ ਝੂਠਾ ਭਰਮ, ਇਹ ਝੂਠਾ ਭਰਮ ਹੈ। ਮਿਥਿਆ ਭਰਮ ਅਰ ਸੁਪਨ ਮਨੋਰਥ, ਜਿਹਦਾ ਸੁਪਨੇ 'ਚ ਵੇਖੀਆਂ ਚੀਜ਼ਾਂ ਸੱਚ ਨਹੀਂ ਹੁੰਦੀਆਂ। ਇੱਦਾਂ ਹੀ ਜਿਹੜੀਆਂ ਚੀਜ਼ਾਂ ਨਾਲ ਜਿਹੜੀਆਂ ਚੀਜ਼ਾਂ ਕਰਕੇ ਅਸੀਂ ਇਨਸਾਨ ਤੋਂ ਨਫ਼ਰਤ ਕਰਦਾ, ਸਮਝ ਆ ਜਾਂਦੀ ਮੈਂ ਕਿਹਦੇ ਪਿੱਛੇ ਲੱਗ ਕੇ ਆਪਣੇ ਭਰਾਵਾਂ ਤੋਂ ਦੂਰੀ ਬਣਾ ਕੇ ਬੈਠਾ।
ਕਿਹੜੇ ਪਿਆਰੇ ਬਚਨ ਕਹਿੰਦੇ, ਮਿਥਿਆ ਭਰਮ ਅਰ ਸੁਪਨ ਮਨੋਰਥ ਸੱਤ ਪਦਾਰਥ ਜਾਣਿਆ। ਜਿਨ੍ਹਾਂ ਪਦਾਰਥਾਂ ਤੂੰ ਸਦੀਵ ਇੱਥੇ ਰਹਿਣ ਵਾਲਾ ਮੰਨ ਕੇ ਤੇ ਆਪਣੇ ਇਨਸਾਨ ਭਰਾਵਾਂ ਦੇ ਨਾਲ ਤੂੰ ਨਫ਼ਰਤ ਪਾਲ ਕੇ ਬੈਠਾ। ਸੋਕਰਤ ਮਨਸਾ ਗੁਰ ਉਪਦੇਸੀ, ਜਦੋਂ ਗੁਰੂ ਭਲੀ ਸੋਚ ਬਖਸ਼ਿਸ਼ ਕਰਦਾ ਹੈ। ਸੋਕਰਤ ਮਨਸਾ ਦਾ ਅਰਥ ਹੈ ਭਲੀ ਸੋਚ, ਚੰਗੀ ਸੋਚ ਬਖਸ਼ਿਸ਼ ਕਰਦਾ। ਸੋਚ ਹੁੰਦੀ ਨਾ, ਮਾੜੀ ਵੀ ਹੁੰਦੀ ਹੈ, ਪਰ ਜਦੋਂ ਭਲੀ ਸੋਚ ਬਖਸ਼ਿਸ਼ ਕਰਦਾ ਹੈ, ਭਲੀ ਵਿਚਾਰ ਬਖਸ਼ਿਸ਼ ਕਰਦਾ ਹੈ, ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਜਾਗਦੇ ਮਨ ਮੰਨ ਗਿਆ ਵੀ ਮੰਨਿਆ ਤੂੰ ਤੇ ਹੋਰ ਹੀ ਕੁਝ ਸੋਚੀ ਬੈਠਾ ਸੀ, ਗੱਲ ਕੁਝ ਹੋਰ ਨਿਕਲੀ ਹੈ। ਜਾਗਤ ਹੀ ਮਨ ਮਾਨਿਆ ਕਹਿਤ ਨਾਮਦੇਵ ਹਰ ਕੀ ਰਚਨਾ ਦੇਖੋ ਹਿਰਦੇ ਵਿਚਾਰੀ। ਨਾਮਦੇਵ ਜੀ ਕਹਿੰਦੇ ਇਹ ਸਭ ਹਰ ਕੀ ਰਚਨਾ ਦੇਖੋ ਹਿਰਦੇ ਵਿਚਾਰੀ। ਆਪਣੇ ਹਿਰਦੇ 'ਚ ਇਸ ਗੱਲ ਦੀ ਵਿਚਾਰ ਕਰਕੇ ਵੇਖੋ, ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਕੇਵਲ ਇੱਕੋ ਹੀ ਹੈ ਜਿਹੜਾ ਸਾਰਿਆਂ ਘਟਾਂ ਵਿੱਚ ਸਰਵ ਵਿਆਪਕ ਹੈ, ਇੱਕ ਥਾਂ 'ਤੇ ਇੱਕੋ ਹੀ ਅਨੇਕਾਂ ਰੂਪਾਂ 'ਚ ਵਿਆਪਕ ਹੈ। ਤਾਂ ਹੀ ਇੱਥੇ ਗੁਰੂ ਸਾਹਿਬ ਕਹਿੰਦੇ ਦੂਜੀ ਛੋੜ ਕੁਆਟੜੀ, ਦੂਜਾ ਰਸਤਾ ਛੱਡ ਦੇ, ਤਿਆਗ ਦੇ ਆਪਣੀ ਜ਼ਿੰਦਗੀ ਵਿੱਚੋਂ। ਦੂਜੀ ਛੋੜ ਕੁਆਟੜੀ ਇੱਕ ਸਹੁੰ ਚਿੱਤ ਲਾਏ। ਜਦੋਂ ਸਾਨੂੰ ਇਸ ਖੇਡ ਦੀ ਸਮਝ ਲੱਗ ਗਈ ਨਾ, ਕੋਈ ਨਫ਼ਰਤ ਨਹੀਂ ਕਰੇਗਾ। ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਚੱਪਣੀ ਸ਼ਿਕਾਲੇ ਨਾਲ, ਸ਼ਿਕਾਲਾ ਕਾੜ ਨਾਲ, ਮਿੱਟੀ ਦੇ ਬਰਤਨ ਨੇ, ਸਾਰਿਆਂ ਦਾ ਨਾਮ ਨੇ। ਨਫ਼ਰਤ ਕਰੇ ਕੋਈ ਗੱਲ ਬਣਦੀ ਹੈ? ਉਹ ਕਹੇਗਾ ਨਹੀਂ ਭਾਈ। ਜਿਵੇਂ ਕੁੜਤਾ ਪਜਾਮੇ ਨਾਲ ਨਫ਼ਰਤ ਕਰੇ, ਪਜਾਮਾ ਕੁੜਤੇ ਨਾਲ ਨਫ਼ਰਤ ਕਰੇ, ਕੁੜਤਾ ਕਮੀਜ਼ ਨਾਲ ਨਫ਼ਰਤ ਕਰੇ, ਕੋਈ ਤੁਕ ਬਣਦੀ ਹੈ? ਉਹ ਕਹੇਗਾ, ਪਿੱਛੇ ਬੈਠਾ ਟੇਲਰ ਕਹੇਗਾ, ਕਾਰਖਾਨੇ ਦਾ ਮਾਲਕ ਕਹੇਗਾ ਤੁਸੀਂ ਇੱਕੇ ਥਾਨ 'ਚੋਂ ਆਏ ਜੇ, ਇੱਕੇ ਫੈਕਟਰੀ 'ਚੋਂ ਬਣੇ ਜੇ। ਕਾਹਦੀ ਨਫ਼ਰਤ ਹੈ? ਅਤੇ ਅੱਜ ਹੋ ਹੀ ਇੱਦਾਂ ਹੀ ਰਿਹਾ। ਅਸੀਂ ਮਾਟੀ ਏਕ ਆ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਇੱਕੋ ਮਿੱਟੀ ਤੋਂ ਘੁਮਿਆਰ ਨੇ ਅਨੇਕਾਂ ਬਰਤਨ ਤਿਆਰ ਕੀਤੇ ਨੇ। ਕਾਸ਼ ਕਿਤੇ ਸਾਨੂੰ ਇਹਨਾਂ ਗੱਲਾਂ ਦੀ, ਸ਼ਾਇਦ ਇਹ ਸੋਚ ਦੇ ਮਾਲਕ ਸੀ ਉਹ ਸਿੰਘ ਸਭੀਏ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਆਰੰਭ ਕੀਤੀ ਸੀ, ਘਰ ਘਰ ਇਹ ਵਿਚਾਰ ਪਹੁੰਚਾਈ ਸੀ। ਪਰ ਅਸੀਂ ਅੱਜ ਫਿਰ ਅਖੌਤੀ ਲੀਡਰਸ਼ਿਪ ਕਰਕੇ, ਅਖੌਤੀ ਧਾਰਮਿਕ ਲੋਕਾਂ ਕਰਕੇ ਅਸੀਂ ਫਿਰ ਗਫਲਤ ਦੀ ਨੀਂਦ ਸੌਂਗੇ। ਆਓ ਜਾਗੀਏ। ਇਸੇ ਕਰਕੇ ਜਦੋਂ ਉਹਨਾਂ ਗੁਰਦੁਆਰੇ ਆਰੰਭ ਕੀਤੇ ਸੀ, ਉਹਨਾਂ ਦੇ ਨਾਮ ਸ੍ਰੀ ਗੁਰੂ ਸਿੰਘ ਸਭਾ ਰੱਖੇ ਸੀ, ਤਾਂ ਕਿ ਰਾਹ ਜਾਂਦੇ ਨੂੰ ਲੱਗੇ ਇੱਥੇ ਗੁਰਦੁਆਰਾ ਹੈ। ਇਹ ਨਾ ਲੱਗੇ ਵੀ ਜੱਟਾਂ ਦਾ ਹੈ, ਮਜ਼੍ਹਬੀ ਸਿੰਘਾਂ ਦਾ ਹੈ, ਫਲਾਣਿਆਂ ਦਾ ਹੈ। ਅਸੀਂ ਅੱਜ ਫਿਰ ਉਸੇ ਦਲਦਲ 'ਚ ਫਸ ਗਏ ਹਾਂ। ਆਓ ਹਮਲਾ ਮਾਰੀਏ ਅਤੇ ਆਪਣੀ ਸੋਚ ਬਦਲਣ ਦਾ ਯਤਨ ਕਰੀਏ। ਉਹ ਰਾਹ ਛੱਡ ਦਈਏ ਜਿਹੜਾ ਰਾਹ ਸਾਨੂੰ ਗਲਤ ਰਸਤੇ ਲੈ ਕੇ ਜਾਂਦਾ। ਦੂਜੀ ਛੋੜ ਕੁਆਟੜੀ ਇੱਕ ਸਹੁੰ ਚਿੱਤ ਲਾਏ, ਦੂਜੇ ਭਾਵੇਂ ਨਾਨਕਾ ਵਹਿਣ ਲੜਨ ਲਈ ਜਾਏ। ਜੇ ਉਸ ਵਹਿਣ 'ਚ ਵਹਿ ਗਏ ਤਾਂ ਜ਼ਿੰਦਗੀ ਤਬਾਹ ਕਰਕੇ ਬੈਠ ਜਾਵਾਂਗੇ। ਜੇ ਜ਼ਿੰਦਗੀ ਸਵਾਰਨਾ ਚਾਹੁੰਦੇ ਹਾਂ, ਇੱਕ ਸੱਚ ਨਾਲ ਸਾਂਝ ਪਾ ਕੇ ਅੰਦਰੋਂ ਬਾਹਰੋਂ ਇੱਕ ਹੋਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।